ਨਵੰਬਰ 84 ਦੇ ਇੱਕ ਵੱਡੇ ਦੋਸ਼ੀ ਲਲਿਤ ਮਾਕਣ ਦੇ ਕਤਲ ਦੀ ਕਹਾਣੀ ਭਾਈ ਸੁੱਖੇ ਦੀ ਜ਼ੁਬਾਨੀ। ਕਈ ਦਿਨ ਬੀਤਣ ਤੋਂ ਬਾਅਦ ਸੋਚਿਆ ਕਿ ਹੁਣ ਕਿਸੇ ਵੱਡੇ ਦੁਸ਼ਟ ਨੂੰ ਸੋਧਿਆ ਜਾਵੇ। ਸਲਾਹ ਤਾਂ ਪਹਿਲਾਂ ਹੀ ਸੀ, ਪਰ ਕਿਸੇ ਸਹੀ ਦੁਸ਼ਟ ਦਾ ਪਤਾ ਨਹੀਂ ਸੀ ਲੱਗ ਰਿਹਾ। ਇੱਕ ਦਿਨ ਚੰਗਿਆੜਾ ਬੰਗਲਾ ਸਾਹਿਬ ਗੁਰਦੁਆਰਾ ਸਾਹਿਬ ਗਿਆ। ਉੱਥੋਂ ਇੱਕ ਛੋਟੀ ਜਿਹੀ ਕਿਤਾਬ ਦੋਸ਼ੀ ਕੌਣ ਖਰੀਦ ਕੇ ਲਿਆਇਆ। ਇਸ ਟਰੈਕਟ ਵਿੱਚ ਬਹੁਤ ਹੀ ਦੁਸ਼ਟਾਂ ਦੇ ਨਾਂ ਦਿੱਤੇ ਸੀ। ਇਹਨਾਂ ਦੁਸ਼ਟਾਂ ਨੇ ਸਿੱਖਾਂ ਉੱਤੇ ਕਿਸ ਤਰ੍ਹਾਂ ਅਤਿਆਚਾਰ ਕੀਤੇ ਸਾਰਾ ਵੇਰਵਾ ਦਿੱਤਾ ਹੋਇਆ ਸੀ। ਕਈ ਦੁਸ਼ਟਾਂ ਦੇ ਪਤੇ ਵੀ ਲਿਖੇ ਹੋਏ ਸੀ, ਪਰ ਜ਼ਿਆਦਾਤਰ ਦੁਸ਼ਟਾਂ ਦੇ ਐਡਰੈਸ ਨਹੀਂ ਸਨ ਲਿਖੇ। ਇਹਨਾਂ ਦੁਸ਼ਟਾਂ ਨੇ 1984 ਵਿੱਚ ਸਿੱਖਾਂ 'ਤੇ ਜੋ ਅਤਿਆਚਾਰ ਕੀਤਾ ਅਤੇ ਹਜ਼ਾਰਾਂ ਸਿੱਖਾਂ ਨੂੰ ਮਾਰਿਆ, ਜਿਉਂਦਿਆਂ ਨੂੰ ਅੱਗਾਂ ਲਾਈਆਂ ਗਈਆਂ, ਘਰ ਸਾੜੇ ਗਏ ਅਤੇ ਇੱਜ਼ਤਾਂ ਲੁੱਟੀਆਂ ਗਈਆਂ। ਜਦ ਸਾਰੀ ਕਿਤਾਬ ਪੜ੍ਹੀ ਤਾਂ ਦਿਲ ਰੋਂਦਾ ਸੀ। ਦਿਲ ਕਹਿੰਦਾ ਸੀ ਜਦ ਤੱਕ ਬਦਲਾ ਨਹੀਂ ਲਵਾਂਗੇ ਚੈਨ ਨਾਲ ਨਹੀਂ ਬੈਠਾਂਗੇ। ਹੁਣ ਤਾਂ ਦਿਲ ਕਹਿੰਦਾ ਸੀ ਛੇਤੀ ਤੋਂ ਛੇਤੀ ਬਦਲਾ ਲਿਆ ਜਾਵੇ। ਇੱਕ ਦਿਨ ਮੈਂ ਸੁਰਜੀਤ ਕੋਲ ਗਿਆ ਅਤੇ ਉਸ ਨਾਲ ਗੱਲ ਕੀਤੀ। ਸੁਰਜੀਤ ਨੇ ਕਿਹਾ, ਮੈਂ ਤੁਹਾਨੂੰ ਇੱਕ ਦੁਸ਼ਟ ਦਾ ਐਡਰੈਸ ਲਿਆ ਦਿਆਂਗਾ। 4-5 ਦਿਨਾਂ ਵਿੱਚ ਹੀ ਸੁਰਜੀਤ ਨੇ ਕਈ ਦੁਸ਼ਟਾਂ ਦੇ ਐਡਰੈਸ ਲਿਆ ਦਿੱਤੇ, ਜਿਨ੍ਹਾਂ ਵਿੱਚ HKL ਭਗਤ, ਲਲਿਤ ਮਾਕਣ, ਜਗਦੀਸ਼ ਟਾਈਟਲਰ, ਸੱਜਣ ਕੁਮਾਰ, ਧਰਮਦਾਸ ਸ਼ਾਸਤਰੀ, ਜਸਬੀਰ ਸਿੰਘ ਜਾਟ, ਯੁਵਾ ਕਾਂਗਰਸ ਪ੍ਰਧਾਨ, ਅਰਜਨ ਦਾਸ ਤੇ KC ਪੰਤ। ਮੈਂ ਐਡਰੈਸ ਲਿਆ ਕੇ ਚੰਗਿਆੜੇ ਨੂੰ ਵਿਖਾ ਦਿੱਤੇ। ਅਸੀਂ ਦੋਵੇਂ ਸਾਰੇ ਦੁਸ਼ਟਾਂ ਦੇ ਘਰ ਸਕੂਟਰ 'ਤੇ ਚੜ੍ਹ ਕੇ ਵੇਖ ਆਏ। ਇਹਨਾਂ ਵਿੱਚ ਬਹੁਤ ਵੱਡਾ ਦੁਸ਼ਟ ਲਲਿਤ ਮਾਕਣ ਸੀ, ਜੋ ਲੇਬਰ ਯੂਨੀਅਨ ਦਾ ਪ੍ਰਧਾਨ ਸੀ। ਇਸ ਦੇ ਪਿੱਛੇ ਬਹੁਤ ਜ਼ਿਆਦਾ ਮਜ਼ਦੂਰ ਸਨ। ਇਸ ਨੇ ਬਹੁਤ ਜ਼ਿਆਦਾ ਸਿੱਖਾਂ ਨੂੰ ਮਰਵਾਇਆ ਸੀ। ਇਸ ਨੇ ਮਾਰਨ ਵਾਲਿਆਂ ਨੂੰ ਸ਼ਰਾਬ ਪਿਆਈ, ਪੈਸੇ ਦਿੱਤੇ, ਭੜਕਾਇਆ ਅਤੇ ਆਪ ਮਿੱਟੀ ਦਾ ਤੇਲ ਅਤੇ ਪੈਟਰੋਲ ਸਪਲਾਈ ਕੀਤਾ ਸੀ। ਇਸ ਕਰਕੇ ਇਹ ਬਹੁਤ ਵੱਡਾ ਦੁਸ਼ਟ ਸੀ। ਇਹ ਕੀਰਤੀ ਨਗਰ ਵਿੱਚ ਰਹਿੰਦਾ ਸੀ। ਮੈਂ ਤੇ ਚੰਗਿਆੜਾ ਕੀਰਤੀ ਨਗਰ ਗਏ। ਉਸ ਦਿਨ ਬੁੱਧਵਾਰ ਸੀ। ਆਪ ਤਾਂ ਇਹ ਤਿਲਕ ਨਗਰ ਰਹਿੰਦਾ ਸੀ, ਕੀਰਤੀ ਨਗਰ ਇਸ ਦੇ ਮਾਤਾ ਪਿਤਾ ਰਹਿੰਦੇ ਸੀ। ਇਹ ਹਰ ਬੁੱਧਵਾਰ ਕੀਰਤੀ ਨਗਰ ਆਉਂਦਾ ਸੀ। ਇਸ ਦੇ ਵੱਖ-ਵੱਖ ਏਰੀਏ ਵਿੱਚ ਦਫ਼ਤਰ ਬਣੇ ਹੋਏ ਸੀ। 8 ਤੋਂ 10 ਵਜੇ ਹਰ ਰੋਜ਼ ਇੱਕ ਦਫ਼ਤਰ ਜਾਂਦਾ ਸੀ। ਕੀਰਤੀ ਨਗਰ ਹਰ ਦਫ਼ਤਰ ਦਾ ਐਡਰੈਸ ਲਿਖਿਆ ਹੋਇਆ ਸੀ। ਮੈਂ ਸਾਰੇ ਦਫ਼ਤਰਾਂ ਦਾ ਐਡਰੈਸ ਲਿਖ ਲਿਆ। ਤਿਲਕ ਨਗਰ, ਤਿਹਾੜ ਜੇਲ੍ਹ ਰੋਡ, ਮੁਨਿਰਕਾ ਅਤੇ ਹੋਰ ਕਈ ਦਫ਼ਤਰਾਂ ਵਿੱਚ ਜਾਂਦਾ ਸੀ। ਮੈਂ ਅਤੇ ਚੰਗਿਆੜੇ ਨੇ ਸਾਰੇ ਦਫ਼ਤਰ ਚੰਗੀ ਤਰ੍ਹਾਂ ਵੇਖ ਲਏ ਅਤੇ ਸੋਧਣ ਦਾ ਪੂਰਾ ਪ੍ਰੋਗਰਾਮ ਬਣਾ ਲਿਆ ਕਿ ਇਸ ਨੂੰ ਤਾਂ ਕਿਤੇ ਵੀ ਸੋਧਿਆ ਜਾ ਸਕਦਾ ਹੈ। ਇਹਨਾਂ ਦਿਨਾਂ ਵਿੱਚ ਲੁਧਿਆਣੇ ਦੇ ਸਿੰਘਾਂ ਨੇ SSP 'ਤੇ ਅਟੈਕ ਕਰ ਦਿੱਤਾ, ਪਰ ਦੁਸ਼ਟ ਨਾ ਮਰਿਆ। ਪੇਪਰ ਵਿੱਚ ਖਬਰ ਪੜ੍ਹ ਲਈ, ਕਿਉਂਕਿ ਪਹਿਲਾਂ ਹੀ ਪਤਾ ਸੀ ਕਿ ਆਪਣੇ ਸਿੰਘ ਇਸ ਨੂੰ ਸੋਧਣ ਦੀ ਤਿਆਰੀ ਵਿੱਚ ਹਨ। ਕਾਰ ਤਾਂ ਅਸੀਂ ਦਿੱਲੀ ਤੋਂ ਹੀ ਭੇਜੀ ਸੀ। ਦੂਜੇ-ਤੀਜੇ ਦਿਨ ਹੀ ਦਲਬੀਰ ਸਾਡੇ ਕੋਲ ਆ ਗਿਆ। ਉਸਨੇ ਦੱਸਿਆ ਕੰਮ ਫੇਲ ਹੋ ਗਿਆ। ਉਸ ਦੁਸ਼ਟ ਦੀ ਕਾਰ ਵਿੱਚ ਟਰੱਕ ਮਾਰਨਾ ਸੀ। ਟਰੱਕ ਵੀ ਦਿੱਲੀ ਵਾਲੇ ਖਜ਼ਾਨੇ ਦੇ ਪੈਸਿਆਂ ਦਾ ਖਰੀਦਿਆ ਸੀ। ਪਰ ਐਨ ਮੌਕੇ ਟਰੱਕ ਦੇ ਅੱਗੇ ਇੱਕ ਰਿਕਸ਼ਾ ਆ ਗਿਆ, ਜਿਸ ਉੱਪਰ ਜ਼ਨਾਨੀ ਅਤੇ ਉਹਦਾ ਬੱਚਾ ਬੈਠਾ ਸੀ। ਟਰੱਕ ਡਰਾਈਵਰ ਇਹਨਾਂ ਨੂੰ ਬਚਾਉਣ ਲੱਗਾ ਤਾਂ ਟਰੱਕ ਕਾਰ ਵਿੱਚ ਚੰਗੀ ਤਰ੍ਹਾਂ ਨਹੀਂ ਵੱਜਿਆ। ਟਰੱਕ ਵਾਲਾ ਸਿੰਘ ਉੱਥੇ ਹੀ ਫੜਿਆ ਗਿਆ। ਇਸ ਕਰਕੇ ਦੂਜੇ ਸਾਰੇ ਸਿੰਘ ਭਗੌੜੇ ਹੋ ਗਏ ਹਨ। ਸਿੰਘ ਕਦੇ ਵੀ ਤੁਹਾਡੇ ਕੋਲ ਆ ਸਕਦੇ ਹਨ। 15 ਜੁਲਾਈ ਦੇ ਕਰੀਬ ਲੁਧਿਆਣੇ ਵਾਲੇ ਸਿੰਘ ਸਾਡੇ ਕੋਲ ਆ ਗਏ। ਸ਼ਾਮ ਦੇ ਸਮੇਂ ਮੈਂ ਇਕੱਲਾ ਹੀ ਬੈਠਾ ਸੀ ਕਿ ਕੁੱਕੀ ਆ ਗਿਆ ਅਤੇ ਹੌਲੀ ਜਿਹੀ ਮੈਨੂੰ ਪੁੱਛਦਾ, ਸੁਖਦੇਵ ਸਿੰਘ ਆਪ ਦਾ ਹੀ ਨਾਂ ਹੈ? ਮੈਂ ਕਿਹਾ, ਆਪ ਕਿੱਥੋਂ ਆਏ ਹੋ? ਤਾਂ ਉਸਨੇ ਕਿਹਾ, ਮੈਂ ਲੁਧਿਆਣੇ ਤੋਂ ਆਇਆ ਹਾਂ। ਫਿਰ ਮੈਂ ਸਮਝ ਗਿਆ। ਮੈਂ ਪੁੱਛਿਆ, ਮੇਰਾ ਨਾਂ ਆਪ ਨੂੰ ਕਿਸ ਤਰ੍ਹਾਂ ਪਤਾ ਸੀ? ਉਸਨੇ ਕਿਹਾ, ਦਲਬੀਰ ਨੇ ਦੱਸਿਆ ਸੀ। ਕੁੱਕੀ ਕਹਿੰਦਾ, ਅਸੀਂ ਸਵੇਰੇ ਆਏ ਸੀ ਤਾਂ ਮੈਂ ਮਕਾਨ ਮਾਲਕ ਨੂੰ ਪੁੱਛਿਆ ਸੀ ਕਿ ਸ਼ਰਮਾ ਇੱਥੇ ਰਹਿੰਦਾ ਹੈ? ਤਾਂ ਉਹਨਾਂ ਨੇ ਕਿਹਾ ਕਿ ਇੱਥੇ ਹੀ ਰਹਿੰਦਾ ਹੈ, ਪਰ ਸ਼ਾਮ ਨੂੰ ਆਏਗਾ। ਫਿਰ ਕਬੂਤਰ ਕਹਿੰਦਾ, ਮੇਰੇ ਨਾਲ ਸੁੱਖੀ ਤੇ ਬਿੱਟੂ ਵੀ ਆਏ ਹਨ, ਥੱਲੇ ਖੜੇ ਹਨ। ਫਿਰ ਮੈਂ ਥੱਲੇ ਗਿਆ ਤੇ ਦੋਹਾਂ ਨੂੰ ਸੱਦ ਲਿਆਇਆ। ਫਿਰ ਮੈਂ ਬਾਜ਼ਾਰ ਗਿਆ, ਕੋਲਡ ਡਰਿੰਕਸ ਅਤੇ ਕਾਜੂ ਬਿਸਕੁਟ ਲੈ ਆਇਆ ਅਤੇ ਸਿੰਘਾਂ ਨੂੰ ਛਕਾਇਆ। ਸਿੰਘ ਤਾਂ ਕਲੀਨ ਸ਼ੇਵ ਹੋ ਗਏ ਸੀ। ਬਿੱਟੂ ਨੇ ਥੋੜ੍ਹੀ ਦਾੜ੍ਹੀ ਰੱਖੀ ਸੀ। 3-4 ਦਿਨਾਂ ਬਾਅਦ ਬਿੱਟੂ ਨੇ ਵੀ ਸ਼ੇਵ ਕਰਾ ਦਿੱਤੀ ਸੀ। ਇੰਨੇ ਚਿਰ ਵਿੱਚ ਚੰਗਿਆੜਾ ਅਤੇ ਸ਼ਰਮਾ ਵੀ ਆ ਗਏ। ਸਿੰਘਾਂ ਦਾ ਹਾਲ ਚਾਲ ਪੁੱਛਿਆ। ਫਿਰ ਸਿੰਘ ਕਹਿੰਦੇ, ਅਸੀਂ ਚੱਲਦੇ ਹਾਂ। ਅਸੀਂ ਕਿਹਾ, ਹੁਣ ਤੁਸੀਂ ਕਿੱਥੇ ਜਾਓਗੇ? ਸਿੰਘ ਕਹਿੰਦੇ, ਰਹਿਣ ਦਾ ਪ੍ਰਬੰਧ ਸਾਡੇ ਕੋਲ ਹੈ, ਕੱਲ੍ਹ ਸਵੇਰੇ ਆਵਾਂਗੇ। ਸਿੰਘ ਚਲੇ ਗਏ। ਦੂਜੇ ਦਿਨ ਸਿੰਘ ਆ ਗਏ। ਬਿੱਟੂ ਨੂੰ ਤਾਂ ਅਸੀਂ ਪੱਕਾ ਹੀ ਆਪਣੇ ਨਾਲ ਰੱਖ ਲਿਆ ਅਤੇ ਦੂਜੇ ਦੋਹਾਂ ਸਿੰਘਾਂ ਨੂੰ ਇੱਕ ਕਮਰਾ ਕਿਰਾਏ 'ਤੇ ਲੈ ਦਿੱਤਾ। ਉਹ ਦੋਵੇਂ ਸਿੰਘ ਉੱਥੇ ਰਹਿਣ ਲੱਗ ਪਏ। ਸਾਡੇ ਕੋਲ ਆਉਂਦੇ ਜਾਂਦੇ ਰਹਿੰਦੇ ਸੀ। ਇੱਕ ਦਿਨ ਸੁੱਖੀ ਆਇਆ ਅਤੇ ਕਹਿੰਦਾ ਕਿ ਮਕਾਨ ਮਾਲਕਾਂ ਨੂੰ ਸ਼ੱਕ ਪੈ ਗਿਆ ਹੈ। ਰਾਤ ਉਹਨਾਂ ਦੇ ਲੜਕੇ ਨੇ ਸ਼ਰਾਬ ਪੀਤੀ ਹੋਈ ਸੀ ਅਤੇ ਮੇਰੇ ਕਮਰੇ ਵਿੱਚ ਆ ਗਿਆ ਅਤੇ ਕਹਿੰਦਾ, ਆਪਾਂ ਦੋਵੇਂ ਬੈਂਕ ਲੁੱਟੀਏ।
ਹੋਰ ਵੀ ਕਈ ਗਲਤ ਗੱਲਾਂ ਕੀਤੀਆਂ। ਇਸ ਕਰਕੇ ਹੁਣ ਉੱਥੇ ਰਹਿਣਾ ਠੀਕ ਨਹੀਂ। ਉਸ ਦੀ ਗੱਲ ਠੀਕ ਸੀ। ਦੂਜੇ ਦਿਨ ਮੈਂ ਤੇ ਸੁੱਖੀ ਸਾਰਾ ਸਮਾਨ ਚੁੱਕ ਲਿਆਏ। ਦਲਬੀਰ ਵੀ ਸਾਡੇ ਕੋਲ ਆ ਗਿਆ ਅਤੇ ਬਲਜਿੰਦਰ ਵੀ ਦਿੱਲੀ ਆਇਆ ਹੋਇਆ ਸੀ। ਦਲਬੀਰ ਵੀ ਲੁਧਿਆਣੇ ਵਾਲੇ ਸਿੰਘਾਂ ਨੂੰ ਮਿਲਿਆ। ਦਲਬੀਰ ਨੂੰ ਅਸੀਂ ਦੁਸ਼ਟ ਸੋਧਣ ਵਾਲੀ ਸਾਰੀ ਗੱਲ ਦੱਸ ਦਿੱਤੀ। ਦਲਬੀਰ ਕਹਿੰਦਾ ਕਾਰ ਦਾ ਪ੍ਰਬੰਧ ਕਰ ਲਵੋ, ਇੱਕ ਲੁਧਿਆਣੇ ਵਾਲਾ ਸਿੰਘ ਨਾਲ ਲੈ ਲਵਾਂਗੇ ਅਤੇ ਦੁਸ਼ਟ ਨੂੰ ਸੋਧ ਦਿੰਨੇ ਹਾਂ। ਲੁਧਿਆਣੇ ਵਾਲਾ ਸਿੰਘ ਨਾਲ ਜ਼ਰੂਰ ਲੈਣਾ ਪੈਣਾ ਹੈ, ਕਿਉਂਕਿ ਇਹ ਆਪਣੇ ਕੋਲ ਆਏ ਹਨ। ਕਿਤੇ ਮਹਿਸੂਸ ਨਾ ਕਰਨ ਕਿ ਸਾਨੂੰ ਤਾਂ ਪੁੱਛਦੇ ਹੀ ਨਹੀਂ। ਇਸ ਕਰਕੇ ਇੱਕ ਸਿੰਘ ਇਹਨਾਂ ਵਿੱਚੋਂ ਨਾਲ ਲੈਣਾ ਪੈਣਾ ਹੈ। ਮੈਂ ਇਹ ਮਹਿਸੂਸ ਕੀਤਾ ਕਿ ਮੈਂ ਸਾਰਾ ਕੁਝ ਵੇਖਿਆ ਹੈ, ਪਰ ਇਹ ਮੈਨੂੰ ਸਾਈਡ 'ਤੇ ਕਰ ਰਹੇ ਹਨ। ਇਸ ਕਰਕੇ ਮੈਂ ਬਲਜਿੰਦਰ ਅਤੇ ਸ਼ਰਮੇ ਨਾਲ ਸਲਾਹ ਕੀਤੀ ਕਿ ਆਪਾਂ ਤਿੰਨੇ ਦੁਸ਼ਟ ਨੂੰ ਸੋਧੀਏ। ਦੋਸਤੋ, ਇੱਥੋਂ ਉੱਪਰ ਤੱਕ ਦਾ ਸਾਰਾ ਹੀ ਹਾਲ ਭਾਈ ਸੁੱਖੇ ਨੇ ਲਿਖਿਆ ਹੈ ਤੇ ਇਸ ਤੋਂ ਅੱਗੇ ਦੀ ਸਾਰੀ ਕਹਾਣੀ ਭਾਈ ਜਿੰਦੇ ਦੀ ਲਿਖੀ ਹੋਈ ਹੈ। ਭਾਈ ਜਿੰਦੇ ਦੀ ਜ਼ੁਬਾਨੀ। ਮੈਂ ਵੀ ਮਥੁਰਾ ਸਿੰਘ ਨਾਲ ਮਾਕਣ ਦੇ ਐਕਸ਼ਨ ਦੀ ਸਾਰੀ ਸਲਾਹ ਕੀਤੀ। ਉਹ ਕਹਿੰਦਾ ਆਪਾਂ ਇਹ ਐਕਸ਼ਨ ਕਾਰ 'ਤੇ ਸਾਰੇ ਜਣੇ ਕਰਾਂਗੇ, ਕਿਉਂਕਿ ਸਕੂਟਰ 'ਤੇ ਕੀਤਾ ਤਾਂ ਸਾਰੇ ਜਣੇ ਐਕਸ਼ਨ ਵਿੱਚ ਨਹੀਂ ਜਾ ਸਕਦੇ ਤੇ ਆਪਾਂ ਨੂੰ ਲੁਧਿਆਣੇ ਵਾਲੇ ਸਿੰਘਾਂ ਵਿੱਚੋਂ ਵੀ ਇੱਕ ਸਿੰਘ ਖੜਨਾ ਬਹੁਤ ਜ਼ਰੂਰੀ ਹੈ, ਕਿਉਂਕਿ ਉਹ ਸੋਚਣਗੇ ਕਿ ਸਾਨੂੰ ਐਕਸ਼ਨ ਵਿੱਚ ਖੜਿਆ ਨਹੀਂ ਤੇ ਆਪਾਂ ਵੀ ਸਾਰੇ ਕਾਰ ਵਿੱਚ ਐਕਸ਼ਨ 'ਤੇ ਚਲੇ ਜਾਵਾਂਗੇ। ਮੈਂ ਆਖਿਆ ਠੀਕ ਹੈ, ਕਾਰ 'ਤੇ ਹੀ ਐਕਸ਼ਨ ਕਰਾਂਗੇ। ਤੇ ਨਾਲੇ ਮੈਂ ਮਥੁਰਾ ਸਿੰਘ ਨੂੰ ਸਾਰੇ ਮਾਕਣ ਦੇ ਦਫ਼ਤਰ ਦਿਖਾਏ ਤੇ ਸਾਰਾ ਪਤਾ ਕੀਤਾ ਕਿ ਕਿਹੜੇ ਵਾਰ ਕਿਹੜੇ ਦਫ਼ਤਰ ਆਉਂਦਾ ਹੈ। ਹੀਰੇ ਵੀਰ ਨੂੰ ਸ਼ੱਕ ਹੋ ਗਿਆ ਕਿ ਸ਼ਾਇਦ ਮੈਨੂੰ ਐਕਸ਼ਨ ਵਿੱਚ ਨਹੀਂ ਖੜਨਗੇ। ਉਸਨੇ ਰਾਜੂ ਤੇ ਸ਼ਰਮੇ ਨਾਲ ਸਲਾਹ ਕੀਤੀ ਕਿ ਆਪਾਂ ਦੁਸ਼ਟ ਨੂੰ ਸੋਧ ਦੇਈਏ। ਸਿੰਧੂ ਤੇ ਹੀਰੇ ਵੀਰ ਨੇ ਇੱਕ ਸਕੂਟਰ ਖੋਹ ਲਿਆ। ਇਹਨਾਂ ਨੇ ਇਹ ਸਕੂਟਰ ਕਾਲਕਾ ਜੀ ਵਿਖੇ ਇੱਕ ਆਈਸਕ੍ਰੀਮ ਦੀ ਰੇਹੜੀ ਤੋਂ ਪਹਿਲਾਂ ਆਈਸਕ੍ਰੀਮ ਖਾਧੀ ਤੇ ਫਿਰ ਉੱਥੋਂ ਹੀ ਇੱਕ ਜੋ ਆਈਸਕ੍ਰੀਮ ਖਾ ਕੇ ਆਦਮੀ ਸਕੂਟਰ ਸਟਾਰਟ ਕਰ ਰਿਹਾ ਸੀ, ਉਸ 'ਤੇ ਪਿਸਤੌਲ ਲਾ ਕੇ ਸਕੂਟਰ ਖੋਹ ਕੇ ਲੈ ਗਏ ਤੇ ਰਾਤ ਦੇ 11 ਵਜੇ ਪੈਂਟੇ ਵੀਰ ਦੇ ਘਰ ਆ ਗਏ। ਮੈਂ ਤੇ ਮਥੁਰਾ ਸਿੰਘ ਵੀ ਉੱਥੇ ਪੈਂਟੇ ਵੀਰ ਦੇ ਘਰ ਕੋਠੇ ਦੀ ਛੱਤ 'ਤੇ ਸੁੱਤੇ ਸੀ। ਇਹ ਹੇਠਾਂ ਸੌਂ ਗਏ ਤੇ ਸਵੇਰੇ ਸਾਡੇ ਉੱਠਣ ਤੋਂ ਪਹਿਲਾਂ ਹੀ ਚਲੇ ਗਏ। ਮੈਨੂੰ ਤਾਂ ਸਵੇਰੇ ਘਰ ਪੈਂਟੇ ਹੋਰਾਂ ਨੇ ਦੱਸਿਆ ਕਿ ਰਾਤ ਨੂੰ ਸਿੰਧੂ ਵੀਰ ਤੇ ਹੀਰਾ ਵੀਰ ਆਏ ਸੀ। ਉਹਨਾਂ ਕੋਲ ਸਕੂਟਰ ਚਲਾਉਣ ਸਮੇਂ ਪਾਉਣ ਲਈ ਹੈਲਮਟ ਵੀ ਸੀ ਤੇ ਉਹ ਸਵੇਰੇ ਸਵਖਤੇ ਚਲੇ ਗਏ। ਬਾਅਦ ਦੀ ਕਹਾਣੀ ਇਹ ਸੀ ਕਿ ਇਹ ਦੋਵੇਂ ਟੈਗੋਰ ਗਾਰਡਨ ਜੋ ਕਿਰਾਏ ਦਾ ਮਕਾਨ ਸੀ ਉੱਥੇ ਗਏ ਤੇ ਉੱਥੋਂ ਹਥਿਆਰ ਲਏ। ਲੁਧਿਆਣੇ ਵਾਲੇ ਸਿੰਘ ਬਿੱਟੂ, ਕੁੱਕੀ ਤੇ ਸੁੱਖੀ ਉੱਥੇ ਪਾਠ ਕਰ ਰਹੇ ਸਨ। ਉਹ ਕਹਿੰਦੇ ਸਾਨੂੰ ਵੀ ਨਾਲ ਲੈ ਕੇ ਚੱਲੋ। ਤਾਂ ਇਹਨਾਂ ਨੇ ਆਖਿਆ ਕਿ ਇੱਕ ਸਿੰਘ ਜਿਹੜਾ ਮਰਜ਼ੀ ਨਾਲ ਜਾ ਸਕਦਾ ਹੈ। ਫਿਰ ਕੁੱਕੀ ਦੁਸ਼ਟ ਨੂੰ ਸੋਧਣ ਲਈ ਨਾਲ ਚੱਲ ਪਿਆ। ਇਹਨਾਂ ਨੇ ਸਟੇਨਗਨ ਤੇ ਪਿਸਟਲ ਨਾਲ ਲੈ ਲਏ ਤੇ ਦੁਸ਼ਟ ਦੇ ਦਫ਼ਤਰ ਪਹੁੰਚ ਗਏ। ਉੱਥੇ ਕਾਫੀ ਪਬਲਿਕ ਵੀ ਸੀ। ਇੱਧਰੋਂ ਮੈਨੂੰ ਵੀ ਹੀਰੇ ਹੋਰਾਂ ਦੇ ਵੀਰ ਪੈਂਟੇ ਦੇ ਘਰ ਆਉਣ ਤੇ ਸਵੇਰੇ 4 ਵਜੇ ਜਾਣ ਕਰਕੇ ਤੇ ਹੈਲਮਟ ਕਰਕੇ ਸ਼ੱਕ ਹੋ ਗਿਆ ਸੀ। ਇਸ ਕਰਕੇ ਮੈਂ ਆਪਣਾ ਸਕੂਟਰ ਲੈ ਕੇ ਛੇਤੀ ਟੈਗੋਰ ਗਾਰਡਨ ਆਇਆ। ਉੱਥੇ ਮੈਨੂੰ ਬਿੱਟੂ ਹੋਰਾਂ ਨੇ ਦੱਸਿਆ ਕਿ ਉਹ ਦੁਸ਼ਟ ਨੂੰ ਸੋਧਣ ਗਏ ਹਨ। ਮੈਂ ਵੀ ਹਥਿਆਰ ਲੈ ਕੇ ਦੁਸ਼ਟ ਦੇ ਦਫ਼ਤਰ ਚਲਾ ਗਿਆ। ਮੈਂ ਜਦੋਂ ਉੱਥੇ ਪਹੁੰਚਿਆ ਤਾਂ ਮੇਰੇ ਜਾਂਦਿਆਂ ਨੂੰ ਸਿੰਧੂ ਵੀਰ ਤੇ ਕੁੱਕੀ ਵੀਰ ਉਸ ਦੇ ਦਫ਼ਤਰ ਸਾਹਮਣੇ ਸਕੂਟਰ ਲਾ ਕੇ ਆਮ ਪਬਲਿਕ ਦੇ ਵਿੱਚ ਹੀ ਖੜੇ ਸੀ। ਮੈਂ ਵੀ ਇਹਨਾਂ ਵਿੱਚ ਜਾ ਕੇ ਸ਼ਾਮਲ ਹੋ ਗਿਆ। ਇਹਨਾਂ ਨੇ ਮੈਨੂੰ ਵੇਖਿਆ ਤਾਂ ਹੈਰਾਨ ਹੋ ਕੇ ਕਹਿਣ ਲੱਗੇ ਤੂੰ ਚਲਾ ਜਾ। ਪਰ ਮੈਂ ਆਖਿਆ ਮੈਂ ਤਾਂ ਜ਼ਰੂਰ ਦੁਸ਼ਟ ਨੂੰ ਸੋਧਣ ਵਿੱਚ ਨਾਲ ਸ਼ਾਮਲ ਹੋਵਾਂਗਾ। ਬਹੁਤੇ ਔਖੇ ਹੋ ਤਾਂ ਤੁਸੀਂ ਚਲੇ ਜਾਓ। ਇਸ ਤਰ੍ਹਾਂ ਕਰਕੇ ਮੈਂ ਵੀ ਐਕਸ਼ਨ ਵਿੱਚ ਜ਼ਬਰਦਸਤੀ ਸ਼ਾਮਲ ਹੋ ਗਿਆ। ਹੀਰਾ ਵੀਰ ਉਸ ਦੇ ਦਫ਼ਤਰ ਦੇ ਅੰਦਰ ਗਿਆ ਸੀ। ਮੈਂ ਆਪਣੇ ਸਕੂਟਰ 'ਤੇ ਬੈਠਾ ਸੀ ਤੇ ਸਟੇਨਗਨ ਸਿੰਧੂ ਵੀਰ ਵਾਲੇ ਸਕੂਟਰ ਦੇ ਪੈਰਾਂ ਵਿੱਚ ਝੋਲੇ 'ਚ ਰੱਖੀ ਸੀ। ਮੇਰੇ ਵਾਲਾ ਸਕੂਟਰ ਥੋੜ੍ਹਾ ਹਟਵਾਂ ਖੜਾ ਸੀ ਤੇ ਸਿੰਧੂ ਵਾਲਾ ਪਬਲਿਕ ਦੇ ਸਕੂਟਰਾਂ ਵਿੱਚ ਹੀ ਖੜਾ ਸੀ। ਸਿੰਧੂ ਵੀਰ ਦੁਸ਼ਟ ਦੇ ਘਰੋਂ ਪਾਣੀ ਵੀ ਪੀ ਕੇ ਆਇਆ। ਇੰਨੇ ਚਿਰ ਨੂੰ ਇੱਕ ਅੰਬਾਂ ਵਾਲਾ ਰੇਹੜੀ ਲੈ ਕੇ ਆ ਗਿਆ। ਰੇਹੜੀ ਵਾਲਾ ਅੰਬ ਲੈ ਲਓ ਦੀਆਂ ਆਵਾਜ਼ਾਂ ਦੇਣ ਲੱਗਾ। ਇਹ ਆਵਾਜ਼ ਸੁਣ ਕੇ ਦੁਸ਼ਟ ਦੇ ਘਰੋਂ ਇੱਕ ਜ਼ਨਾਨੀ ਆ ਗਈ ਤੇ ਅੰਬਾਂ ਦੇ ਰੇਟ ਪੁੱਛਣ ਲੱਗ ਪਈ। ਰੇਟ ਪੁੱਛ ਕੇ ਉਹ ਕਹਿੰਦੀ ਅੰਬ ਤਾਂ ਬਹੁਤ ਮਹਿੰਗੇ ਹਨ ਪਰ ਇੰਨੇ ਚੰਗੇ ਨਹੀਂ। ਸਿੰਧੂ ਵੀਰ ਵੀ ਰੇਹੜੀ ਕੋਲ ਚਲਾ ਗਿਆ ਅਤੇ ਉਸ ਜ਼ਨਾਨੀ ਨੂੰ ਚੰਗੇ ਅੰਬ ਚੁਣ ਕੇ ਦੇਣ ਲੱਗ ਪਿਆ। ਰੇਹੜੀ ਵਾਲੇ ਨੂੰ ਵੀ ਸਿੰਧੂ ਵੀਰ ਕਹਿੰਦਾ ਤੈਨੂੰ ਪਤਾ ਨਹੀਂ ਇਹ ਸਾਹਿਬ ਦਾ ਘਰ ਹੈ, ਅੰਬ ਚੰਗੇ ਦੇ ਤੇ ਅੱਗੇ ਤੋਂ ਵੀ ਚੰਗੇ ਅੰਬ ਲਿਆਇਆ ਕਰ। ਸਿੰਧੂ ਨੇ ਉਸ ਜ਼ਨਾਨੀ ਨੂੰ ਅੰਬ ਲੈ ਕੇ ਦੇ ਦਿੱਤੇ। ਇੰਨੇ ਚਿਰ ਇੱਕ ਸੋਹਣਾ ਜਿਹਾ ਮੁੰਡਾ ਕਾਰ ਕੋਲ ਕੁਝ ਸਮਾਨ ਲੈ ਕੇ ਆਇਆ ਤੇ ਸਮਾਨ ਕਾਰ ਵਿੱਚ ਰੱਖ ਦਿੱਤਾ। ਘਰ ਵਿੱਚੋਂ ਉਸ ਨੂੰ ਆਵਾਜ਼ ਆਈ ਰਾਜੂ ਪੁੱਤਰ ਉੱਪਰ ਆ ਜਾ। ਦੁਸ਼ਟ ਨੇ ਦਫ਼ਤਰ ਬੰਦ ਕਰ ਦਿੱਤਾ ਤੇ ਸਾਰੀ ਪਬਲਿਕ ਉੱਥੋਂ ਜਾਣ ਲੱਗ ਪਈ। ਇਸ ਲਈ ਉੱਥੇ ਸਾਡੇ ਇਕੱਲਿਆਂ ਦਾ ਖੜੇ ਰਹਿਣਾ ਠੀਕ ਨਹੀਂ ਸੀ। ਇਸ ਕਰਕੇ ਅਸੀਂ ਉਸ ਦੇ ਘਰ ਜਾ ਕੇ ਐਕਸ਼ਨ ਕਰਨ ਦੀ ਸੋਚੀ।
ਪਰ ਐਨ ਇਸੇ ਹੀ ਸਮੇਂ ਦੁਸ਼ਟ ਅਤੇ ਉਸ ਦੀ ਪਤਨੀ ਆਪਣੀ ਕਾਰ ਵੱਲ ਆ ਰਹੇ ਸੀ ਕਿ ਅਸੀਂ ਉਹਨਾਂ 'ਤੇ ਸਟੇਨ ਗੰਨਾਂ ਤੇ ਪਿਸਟਲਾਂ ਨਾਲ ਗੋਲੀਆਂ ਭਰਾ ਦਿੱਤੀਆਂ। ਉਸ ਦੀ ਪਤਨੀ ਉਸ ਉੱਤੇ ਲੇਟ ਗਈ, ਜਿਸ ਕਰਕੇ ਉਹ ਵੀ ਮਰ ਗਈ ਤੇ ਇੱਕ ਹੋਰ ਕਾਂਗਰਸੀ ਲੀਡਰ ਉਹ ਵੀ ਬਾਹਰ ਖੜਾ ਸੀ, ਉਸ 'ਤੇ ਵੀ ਛਿੰਦੂ ਵੀਰ ਨੇ ਗੋਲੀ ਚਲਾ ਕੇ ਉਸ ਨੂੰ ਸੋਧ ਦਿੱਤਾ। ਫਿਰ ਅਸੀਂ ਚਾਰੇ ਦੋਹਾਂ ਸਕੂਟਰਾਂ 'ਤੇ ਚੜ੍ਹ ਕੇ ਚੱਲ ਪਏ। ਮੈਂ ਛਿੰਦੂ ਵੀਰ ਨੂੰ ਸਕੂਟਰ 'ਤੇ ਜਾਂਦਿਆਂ ਹੀ ਆਖਿਆ, ਮਜ਼ੇ ਨਾਲ ਚੱਲੋ, ਵਾਹਿਗੁਰੂ ਨੇ ਮਿਹਰ ਕਰ ਦਿੱਤੀ ਹੈ, ਕੋਈ ਪਰਵਾਹ ਨਹੀਂ, ਕਿਸੇ ਨੂੰ ਪਤਾ ਨਹੀਂ ਲੱਗੇਗਾ, ਬਿਲਕੁਲ ਸਕੂਟਰ ਮਜ਼ੇ ਨਾਲ ਚਲਾਓ। ਫਿਰ ਮੈਂ ਤੇ ਹੀਰੇ ਵੀਰ ਨੇ ਸਾਰੇ ਹਥਿਆਰ ਉਹਨਾਂ ਤੋਂ ਫੜ ਕੇ ਲੈ ਲਏ ਤੇ ਅਸੀਂ ਇੱਕ ਹੋਰ ਗਲੀ ਨੂੰ ਸਕੂਟਰ ਪਾ ਲਿਆ। ਅਸੀਂ ਬੱਬੂ ਦੇ ਘਰ ਦੇ ਨੇੜੇ ਇੱਕ ਗਲੀ ਵਿੱਚ ਸਕੂਟਰ ਲਾ ਦਿੱਤਾ ਤੇ ਸਟੇਨ ਗਨ ਸਕੂਟਰ ਦੀ ਡਿੱਗੀ ਵਿੱਚ ਪਾ ਦਿੱਤੀ। ਇੱਥੇ ਮੈਂ ਇੱਕ ਹੋਰ ਕੰਮ ਕੀਤਾ। ਇੱਕ ਪਿਸਟਲ ਲੈ ਕੇ ਮੈਂ ਉਸ ਹਸਪਤਾਲ ਚਲਾ ਗਿਆ ਜਿੱਥੇ ਉਸ ਦੁਸ਼ਟ ਨੂੰ ਲੈ ਕੇ ਗਏ ਸੀ, ਕਿਉਂਕਿ ਮੈਨੂੰ ਪਤਾ ਸੀ ਕਿ ਉਹ ਰਾਜੀਵ ਗਾਂਧੀ ਤੇ ਇੰਦਰਾ ਗਾਂਧੀ ਦਾ ਖਾਸ ਆਦਮੀ ਹੈ। ਇਸ ਕਰਕੇ ਰਾਜੀਵ ਗਾਂਧੀ ਜ਼ਰੂਰ ਆਵੇਗਾ। ਜੇ ਸੂਤਰ ਆ ਗਿਆ ਤਾਂ ਸੋਧ ਦਿਆਂਗਾ। ਹੀਰਾ ਵੀਰ ਟੈਗੋਰ ਗਾਰਡਨ ਚਲਾ ਗਿਆ ਤੇ ਮੈਂ ਹਸਪਤਾਲ ਚਲਾ ਗਿਆ। ਉੱਥੇ ਰਾਜੀਵ ਗਾਂਧੀ ਤੇ ਗਿਆਨੀ ਜ਼ੈਲ ਸਿੰਘ ਆਏ, ਪਰ ਮੈਂ ਉਹਨਾਂ ਤੱਕ ਨਹੀਂ ਸੀ ਪਹੁੰਚ ਸਕਦਾ। ਇਸ ਕਰਕੇ ਮੈਂ ਵਾਪਸ ਸ਼ਾਮ ਨੂੰ ਟੈਗੋਰ ਗਾਰਡਨ ਆਇਆ ਤੇ ਸਾਰੀ ਗੱਲ ਦੱਸੀ। ਜੇ ਮੈਂ ਰਾਜੀਵ ਜਾਂ ਗਿਆਨੀ ਤੱਕ ਪਹੁੰਚ ਜਾਂਦਾ ਤੇ ਉਹਨਾਂ ਨੂੰ ਸੋਧ ਦਿੰਦਾ ਤਾਂ ਆਪ ਵੀ ਮੌਕੇ 'ਤੇ ਹੀ ਸ਼ਹੀਦੀ ਪਾਉਣੀ ਪੈਣੀ ਸੀ। ਛਿੰਦੂ ਵੀਰ ਤੇ ਕੁੱਕੀ ਵੀਰ ਦੁਸ਼ਟ ਨੂੰ ਸੋਧਣ ਤੋਂ ਬਾਅਦ ਪੰਜਾਬ ਚਲੇ ਗਏ ਸੀ। ਅਥਰੀ ਦਿੱਲੀ ਜਦੋਂ ਵੀ ਅੱਤ ਚੁੱਕੇ, ਪੀ ਕੇ ਰਤ ਬੇਦੋਸ਼ੀ ਨਾ ਰੱਜਦੀ ਏ, ਸਿੱਖੀ ਰੂਪ ਤੂਫਾਨਾਂ ਦਾ ਧਾਰ ਲੈਂਦੀ, ਸਿੱਧੀ ਜ਼ਾਲਮ ਦੀ ਹਿੱਕ ਵਿੱਚ ਵੱਜਦੀ ਏ।